ਰਹੇ ਹਾਂ ਉਹਦੇ ਉਹ ਸੇਵਾਦਾਰ ਦੀ ਮੋੜਦਾ ਤਾਂ ਨਹੀਂ ਹੈ, ਕਿਉਂਕਿ ਇੰਨੇ ਸਾਲ ਉੱਥੇ ਸੇਵਾ ਕੀਤੀ ਹੈ। 1987 ਤੋਂ ਲੈ ਕੇ 2004 ਤੱਕ ਸੇਵਾ ਕੀਤੀ। ਮੋਤੀ ਬਾਗ ਸਾਹਿਬ, ਗੁਰਦੁਆਰਾ ਬਹਾਦਰਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਆਨੰਦਪੁਰ ਸਾਹਿਬ, ਕਿਤੇ ਵੀ ਹੁਣ ਤੁਸੀਂ ਆਪਣਾ ਇੱਕ ਮਨ ਦੇ ਅੰਦਰ ਕੁਛ ਥਾਵਾਂ ਨਾਲ ਪਿਆਰ ਹੁੰਦਾ, ਸਰੂਪ ਦਾ ਧਿਆਨ ਕਰੋ। ਜਦੋਂ ਵੀ ਨਿਤਨੇਮ ਕਰਨ ਤੋਂ ਪਹਿਲਾਂ ਇਹਨੂੰ ਕਹਿੰਦੇ ਨੇ ਲਿੰਕ ਦੇਣਾ। ਕੰਪਿਊਟਰ ਵਿੱਚ ਵੀ ਇਹ ਚੀਜ਼ ਆਉਂਦੀ, ਲਿੰਕ ਜਦੋਂ ਤੱਕ ਨਹੀਂ ਹੁੰਦਾ ਉਦੋਂ ਤੱਕ ਸ਼ੁਰੂ ਨਹੀਂ ਹੁੰਦੀ ਗੱਲ। ਨਿਤਨੇਮ ਕਰਨ ਤੋਂ ਪਹਿਲਾਂ ਸਤਿਗੁਰਾਂ ਦਾ ਨਾਮ ਲੈਣਾ, ਸਰੂਪ ਦਾ ਧਿਆਨ ਕਰਕੇ। ਵੇ ਜੇ ਜ਼ਿਆਦਾ ਵੀ ਤੇਜ਼ੀ ਆ ਤਾਂ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾਸ ਪੰਜਾਂ ਬਾਣੀਆਂ ਦਾ ਨਿਤਨੇਮ ਕਰਨ ਲੱਗਿਆ। ਆਪ ਸਹਾਈ ਹੋਵੋ, ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ੋ, ਰਾਸ ਇਕਾਗਰਤਾ ਟਿਕਾ ਬਖਸ਼ਿਸ਼ ਕਰੋ, ਕੋਈ ਵਿਘਨ ਨਾ ਪਵੇ, ਮਿਹਰ ਕਰੋ। ਅਰਦਾਸ ਬੇਨਤੀ ਕਰਕੇ ਫਿਰ ਆਪਣਾ ਨਿਤਨੇਮ ਪ੍ਰਾਰੰਭ ਕਰ ਦਿਓ। ਇੰਨੇ ਨਾਲ ਹੀ ਸਤਿਗੁਰੂ ਦੀ ਸਹਾਇਤਾ ਹੁੰਦੀ। ਔਰ ਕਈਆਂ ਨੇ ਇਹ ਪ੍ਰੈਕਟੀਕਲ ਦਾ ਮੈਨੂੰ ਨਾਲ ਹੀ ਰਿਜ਼ਲਟ ਆ ਵਚਨਸੇ ਵੀ ਦੱਸਿਆ ਸੀ। ਹੁਣ ਇੱਥੇ ਦੀਆਂ ਸੰਗਤਾਂ ਨੇ ਦੱਸਿਆ ਵੀ ਹਾਂ ਹੁਣ ਅੱਗੇ ਨਾਲੋਂ ਫਰਕ ਹੈ। ਵੀ ਪਹਿਲਾਂ ਅਸੀਂ ਉੱਦਾਂ ਹੀ ਬਸ ਸਵੇਰੇ ਫਟਾਫਟ ਭੱਜ ਕੇ ਆ ਕੇ ਪੋਥੀ ਫੜ ਲਓ ਅਤੇ ਆਪਣਾ ਨਿਤਨੇਮ ਸ਼ੁਰੂ ਕੀਤਾ। ਕਿਸੇ ਨੂੰ ਵਿੱਚ ਨੀਂਦ ਆਉਂਦੀ ਹੈ, ਕਿਸੇ ਦਾ ਮਨ ਨਹੀਂ ਟਿਕਦਾ ਹੈ। ਗੁਰੂ ਕਾਹਦੇ ਲਈ ਹੈ? ਇਸੇ ਨੂੰ ਗੁਰੂ ਕਹਿੰਦੇ ਨੇ ਕਿ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਹ ਸਰੂਪ ਦਾ ਧਿਆਨ ਜਿਹੜਾ ਕਰਨਾ, ਸਰੂਪ ਦਾ ਧਿਆਨ ਕਰਕੇ ਅਰਦਾਸ ਕਰ ਲਓ। ਕਿਤੇ ਵੀ ਕਦੇ ਵੀ ਕੋਈ ਔਂਕੜ ਆ ਜੇ, ਅਰਦਾਸ ਕੋਈ ਜ਼ਰੂਰੀ ਫਿਰ ਉੱਥੇ ਨਾਮ ਲੈਣੇ, ਸਿਰਫ ਇੱਕ ਵਾਰ ਯਾਦ ਹੀ ਕਰ ਲਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੰਨਾ ਜ਼ਰੂਰ ਕਹਿੰਦੇ, ਮੈਨੂੰ ਯਾਦ ਤਾਂ ਕਰ ਲੈਂਦਾ, ਫਿਰ ਤੇਰੀ ਸਹਾਇਤਾ ਵੀ ਕਰਦਾ ਮੈਂ। ਇਸ ਕਰਕੇ ਹਮੇਸ਼ਾ ਯਾਦ ਕਰਨਾ। ਜਿਵੇਂ ਪਟਿਆਲੇ ਦਾ ਇੱਕ ਆਪਣਾ ਸਿੰਘ ਹੈ ਕੁਲਵੰਤ ਸਿੰਘ ਗਰੇਵਾਲ, ਉਹ ਹਵਾਈ ਜਹਾਜ਼ ਚਲਾਉਂਦਾ ਸੀ ਪਹਿਲਾਂ, ਹੁਣ ਉਹ ਪਾਇਲਟ ਆ ਜਹਾਜ਼ਾਂ ਦੇ ਵਿੱਚ। ਕਹਿੰਦਾ ਪਹਿਲਾਂ ਸਾਨੂੰ ਭਾਰ ਢੋਣ ਵਾਲੇ ਜਹਾਜ਼ ਚਲਵਾਉਣ ਦਿੰਦੇ, ਕਿਉਂ ਸਵਾਰੀਆਂ ਵਾਲਾ ਜਹਾਜ਼ ਪਹਿਲਾਂ ਨਹੀਂ ਦਿੰਦੇ। ਕਹਿੰਦਾ ਭੋਪਾਲ ਤੋਂ ਜਹਾਜ਼ ਅਸੀਂ ਇੱਕ ਵਾਰ ਤੋਰਨਾ ਮੱਧ ਪ੍ਰਦੇਸ਼ 'ਚੋਂ, ਭਰ ਲਿਆ ਪੂਰਾ। ਕਹਿੰਦਾ ਜਹਾਜ਼ ਮੈਂ ਦੇਖਿਆ ਹੀ ਨਹੀਂ, ਮੈਂ ਆਪਣਾ ਅਖਬਾਰ ਪਰ ਉਹ ਓਵਰਲੋਡ ਹੋ ਗਿਆ। ਕਹਿੰਦਾ ਮੈਂ ਕਿਹਾ ਚੱਲ ਦੇਖੀ ਜਾਓ। ਹੁਣ ਸਾਹਮਣੇ ਉੱਥੇ ਪਹਾੜੀ ਏਅਰਪੋਰਟ ਦੇ, ਕਹਿੰਦਾ ਜਦੋਂ ਮੈਂ ਜਹਾਜ਼ ਰਨਵੇ 'ਤੇ ਪੂਰਾ ਭਜਾ ਕੇ ਉੱਪਰ ਨੂੰ ਉਡਾਇਆ, ਉਹ ਲੋਡ ਕਰਕੇ ਤਾਹਾਂ ਨੂੰ ਪੂਰਾ ਨਹੀਂ ਸੀ ਉੜ ਸਕਦਾ, ਟਾਈਮ ਲੱਗ ਜਾਂਦਾ ਥੋੜ੍ਹਾ ਜਿਹਾ। ਕਹਿੰਦਾ ਮੈਨੂੰ ਇਹ ਸੀ ਵੀ ਹੁਣ ਬਸ ਪਹਾੜੀ ਹੈ ਸਾਹਮਣੇ, ਗਏ। ਕਹਿੰਦਾ ਉਹ ਸਟੀਅਰਿੰਗ ਜਿਹਾ ਮੈਂ ਪੂਰਾ ਉੱਪਰ ਨੂੰ ਖਿੱਚਤਾ। ਕਹਿੰਦਾ ਮੈਂ ਦੇਖ ਲਿਆ ਸਾਹਮਣੇ ਪਹਾੜੀ, ਬਈ ਗਏ, ਹੁਣ ਮੌਤ ਆ ਗਈ ਸਾਹਮਣੇ। ਕਹਿੰਦਾ ਵੀ ਇਹ ਪਤਾ ਨਹੀਂ ਲੱਗਿਆ ਵੀ 10 ਗੁਰਾਂ ਦਾ ਨਾਮ ਮੈਂ ਇੰਨੀ ਤੇਜ਼ੀ ਨਾਲ ਲੈ ਕੇ ਬੇਨਤੀ ਕੀਤੀ, ਮਹਾਰਾਜ ਬਚਾ ਲਓ, ਗਏ ਬਸ। ਕਹਿੰਦਾ ਟਾਵਰ ਵਾਲੇ ਨੇ ਮੈਨੂੰ ਵਾਇਰਲੈਸ ਕੀਤੀ, ਕਹਿੰਦਾ ਉਹ ਕੀ ਹੋ ਗਿਆ, 1 ਫੁੱਟ ਦਾ ਹੀ ਫਰਕ ਰਿਹਾ ਬਸ, ਨਹੀਂ ਮਰ ਜਾਣਾ ਸੀ ਅੱਜ। ਸਤਿਗੁਰੂ ਜੀ ਸਹਾਇਤਾ ਕਰਦੇ ਨੇ। ਉਸੇ ਦਾ ਭਰਾ ਕੈਪਟਨ ਮਰਚੈਂਟ ਨੇਵੀ 'ਚ ਹੈ, ਉਹ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਕੋਲ ਆਇਆ। ਕਹਿੰਦੇ ਮਰਚੈਂਟ ਨੇਵੀ 'ਚ ਜਹਾਜ਼ਾਂ 'ਚ ਜਦੋਂ ਅਸੀਂ ਹੁੰਦੇ ਹਾਂ ਸਮੁੰਦਰ ਵਿੱਚ, ਕਦੇ ਕਦੇ ਮਹਾਰਾਜ ਛੱਲਾਂ ਬਹੁਤ ਵੱਡੀਆਂ ਵੱਡੀਆਂ ਆ ਜਾਂਦੀਆਂ, ਡਰ ਲੱਗਦਾ। ਮੈਂ ਉਹਨੂੰ ਪੁੱਛਿਆ ਸੀ ਛੱਲਾਂ ਕਿੱਡੀਆਂ ਕੁ ਹੁੰਦੀਆਂ? ਕਹਿੰਦਾ ਸਾਡੇ ਜਹਾਜ਼ ਦੇ ਉੱਤੇ ਤੋਪ ਲੱਗੀ ਹੁੰਦੀ ਹੈ, ਕਿ ਇੱਕ ਵਾਰ ਛੱਲ ਆਈ, ਕਹਿੰਦਾ ਤੋਪ ਦਾ ਹੀ ਮੂੰਹ ਮੋੜਤਾ ਉਹਨੇ, ਐਡੀ ਜ਼ੋਰ ਦੀ ਛੱਲ ਵੱਜੀ ਆ ਕੇ, ਖਤਰਨਾਕ ਛੱਲਾਂ। ਉਹਨੇ ਮਹਾਂਪੁਰਖਾਂ ਨੂੰ ਕਿਹਾ ਵੀ ਮੈਨੂੰ ਕੋਈ ਸ਼ਬਦ ਦੱਸੋ ਵੀ ਜੇ ਇਹੋ ਜਿਹੀ ਕੌਂਕੜਾ ਜੇ। ਮਹਾਂਪੁਰਖ ਕਹਿੰਦੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਇਸੇ ਕਰਕੇ ਲਿਖਿਆ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ। 17 ਅਨੇਕ ਚਲਾਵਤ ਕਹਾਵਤ ਤਉ ਤਨੇਕ ਨ ਲਾਗਨ ਪਾਵੈ, ਰਾਖਤ ਹੈ ਆਪਣੋ ਕਰਦਾ ਕਰ ਪਾਪ ਸਮੂਹ ਨਾ ਭੇਟਨ ਪਾਵੈ। ਔਰ ਕੀ ਬਾਤ ਕਹਾਂ ਕਹਿਤ ਹੋ ਸੌ ਪੇਟ ਹੀ ਕੇ ਪਟ ਬੀਚ ਬਚਾਵੈ। ਕਹਿੰਦਾ ਆ ਗਿਆ ਜਦੋਂ ਸਮੁੰਦਰ ਦੇ ਵਿੱਚ ਇੰਨੀਆਂ ਛੱਲਾਂ ਵੀ ਹੁਣ ਲੱਗਿਆ ਵੀ ਹੁਣ ਅੱਜ ਨਹੀਂ ਬਚਣਾ, ਬਸ ਜਹਾਜ਼ ਅੱਜ ਜਾਊਗਾ, ਡੁੱਬ ਗਿਆ।
ਕਹਿੰਦਾ ਮਹਾਂਪੁਰਖਾਂ ਦੀ ਫੋਟੋ ਹੀ ਪਈ ਸੀ, ਬਸ ਮੈਂ ਹੁਣ ਕਿ ਵੀ ਅੱਜ ਬਚਾ ਲਓ ਹੁਣ। ਔਰ ਨਾਲ ਉਹ ਸ਼ਬਦ ਸ਼ੁਰੂ ਕਰ ਲਿਆ ਰੋਗਨ ਤੇ ਅਰ ਸੋਗਨ ਤੇ। ਕਹਿੰਦਾ ਬਸ 1-2 ਮਿੰਟ ਬਾਅਦ ਐਨ ਸਮੁੰਦਰ ਸ਼ਾਂਤ ਹੋ ਗਿਆ, ਜਿਵੇਂ ਲਹਿਰ ਆਈ ਨਹੀਂ ਹੁੰਦੀ ਕੋਈ। ਮੱਖਣ ਸ਼ਾਹ ਦਾ ਜਹਾਜ਼ ਬੰਨੇ ਲਾਇਆ, ਇਹ ਸਭ ਨੂੰ ਪਤਾ। ਮਨਸੁਖ ਸ਼ਾਹੂਕਾਰ ਦਾ ਜਹਾਜ਼ ਪਹਿਲੇ ਪਾਤਸ਼ਾਹ ਨੇ ਬੰਨੇ ਲਾਇਆ। ਸਿਰਫ ਧਿਆਨ ਦੀ ਲੋੜ ਹੈ। ਕੋਈ ਕੰਮ ਕਰਨਾ ਹੈ, ਕੁਛ ਵੀ ਕਰਨਾ ਹੈ, ਪਹਿਲਾਂ ਇੱਕ ਵਾਰੀ ਸਿਰਫ ਗੁਰੂ ਸਾਹਿਬ ਦਾ ਧਿਆਨ ਕਰ ਲਓ। ਧਿਆਨ ਕਰਕੇ ਬੇਨਤੀ ਕਰਕੇ ਕਿਸੇ ਵੀ ਕਰਮ ਨੂੰ ਕਰੀਏ ਤਾਂ ਸਤਿਗੁਰੂ ਜੀ ਨਾਲ ਸਹਾਇਤਾ ਕਰਦੇ ਨੇ। ਇਸ ਕਰਕੇ ਨਿਤਨੇਮ ਵਿੱਚ, ਹੋਰ ਥਾਵਾਂ ਵਿੱਚ, ਕਿਤੇ ਜਾਣ ਆਉਣ ਵਿੱਚ ਗੁਰੂ ਸਾਹਿਬ ਨਾਲ ਇੰਨਾ ਪਿਆਰ ਪਾਓ ਕਿ ਧਿਆਨ ਰਹੇ ਤੁਹਾਡਾ ਮਹਾਰਾਜ ਦੇ ਵਿੱਚ। ਜਦੋਂ ਸਾਡਾ ਧਿਆਨ ਸਤਿਗੁਰੂ ਜੀ ਹੁੰਦਾ ਤਾਂ ਸਤਿਗੁਰੂ ਦਾ ਧਿਆਨ ਫਿਰ ਸਾਡੇ 'ਚ ਹੋ ਜਾਂਦਾ। ਕਿਉਂ ਬਈ ਫਲਾਨਾ ਬੰਦਾ ਯਾਦ ਕਰਦਾ ਮੈਨੂੰ, ਉਹਦੀ ਮਦਦ ਕਰੀਏ। ਜਿਵੇਂ ਮੱਖਣ ਸ਼ਾਹ ਜੀ ਦੀ ਕੀਤੀ ਹੈ ਤਾਂ ਆਪਣੀ ਵੀ ਕਰਨਗੇ ਮਹਾਰਾਜ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਦੇਖਣ ਨੂੰ ਕਈ ਵਾਰ ਦੇਖਣ ਨੂੰ ਚੀਜ਼ਾਂ ਛੋਟੀਆਂ ਲੱਗਦੀਆਂ ਨੇ, ਪਰ ਹੁੰਦੀਆਂ ਬਹੁਤ ਵੱਡੀਆਂ। ਤੁਸੀਂ ਘਰੋਂ ਤੁਰਦੇ ਹੋ, ਚਾਬੀ ਚੱਕੀ ਗੱਡੀ ਦੀ, ਗੱਲਾਂ ਗੁੱਲਾਂ ਜਿਹੀਆਂ ਕਰਦੇ, ਇੱਧਰ ਉੱਧਰ ਕੋਈ ਗਾਣੇ, ਕੋਈ ਸੀਟੀਆਂ ਵਜਾਉਂਦਾ, ਗੱਡੀ 'ਚ ਬੈਠਾ, ਸਟਾਰਟ ਕੀਤੀ, ਚੱਲ ਪਿਆ। ਇਹ ਤੁਹਾਡੀ ਗਲਤੀ। ਪੋਥੀਆਂ ਦੇ ਅੱਗੇ ਖੜੋ। ਜੋੜਾ ਪਾਉਣ ਤੋਂ ਪਹਿਲਾਂ, ਜੋੜੇ ਤਾਂ ਬਾਹਰ ਹੀ ਹੁੰਦੇ, ਪੋਥੀਆਂ ਦੇ ਅੱਗੇ ਖੜ੍ਹ ਕੇ ਮੱਥਾ ਟੇਕ ਲਓ। ਧੰਨ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਦਾਸ ਫਲਾਣੇ ਥਾਂ ਚੱਲੇ, ਆਪ ਨੇ ਸਹਾਈ ਹੋਣਾ, ਮੇਰਾ ਭਰਿਆ ਹੱਥ ਰੱਖਣਾ। ਇੰਨੀ ਬੇਨਤੀ ਕਰਕੇ ਚੱਲ ਪਓ। ਜੇ ਭੁੱਲ ਗਏ ਹੋ ਤਾਂ ਗੱਡੀ ਦੀ ਸੀਟ 'ਤੇ ਬੈਠ ਕੇ ਹੱਥ ਜੋੜ ਕੇ ਮਾੜੀ ਜਿਹੀ ਅਰਦਾਸ ਕਰ ਲਓ। ਸਿਰਫ ਬਿਲਕੁਲ ਹੀ ਨਾ ਕੋਈ ਗੱਲ ਹੋਵੇ ਨਾ, ਸਿਰਫ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਹੀ ਕਰ ਲਓ ਇਕੱਲਾ। ਦੇਖੋ ਧਿਆਨ ਵਿੱਚ ਹੀ ਬੜੀ ਤਾਕਤ ਹੈ। ਸਿਰਫ ਧਿਆਨ ਕਰਕੇ ਬੇਨਤੀ ਕਰ ਲਓ, ਮਹਾਰਾਜ ਆਗਿਆ ਬਖਸ਼ੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਿੱਖ ਦੇ ਸਹਾਈ ਹੁੰਦੇ ਨੇ, ਮਹਾਰਾਜ ਦੀ ਕਿਰਪਾ ਹੁੰਦੀ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਭਾਈ ਏਕ ਨਿਮਖ ਹਰ ਕੇ ਗੁਣ ਗਾ ਲਏ ਜਿਨ੍ਹਾਂ ਨੇ, ਉਹਨਾਂ ਨੂੰ ਸਾਰੀਆਂ ਮੁਕਤੀਆਂ, ਸਰੂਪ ਮੁਕਤੀ, ਸਮੀਪ ਮੁਕਤੀ, ਸਜੁਜ ਮੁਕਤੀ, ਇਹ ਸਾਰੀਆਂ ਮੁਕਤੀਆਂ, ਇਹ ਵੱਡੀ ਮੁਕਤੀ ਕੈਵਲ ਮੁਕਤੀ ਆ ਜਾਂਦੀ। ਕੈਵਲ ਮੁਕਤੀ ਦੀ ਪ੍ਰਾਪਤੀ। ਕੈਵਲ ਮੁਕਤੀ ਕੀ ਹੁੰਦੀ ਹੈ? ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਇਹ ਕੈਵਲ ਮੁਕਤੀ। ਸਰੂਪ ਮੁਕਤੀ ਆਪਾਂ ਨੂੰ ਦਿੱਤੀ ਖਾਲਸੇ ਨੂੰ, ਜਿਹੜੇ ਸਰੂਪ ਦਿੱਤਾ ਆਪਣਾ ਕਲਗੀਧਰ ਜੀ ਨੇ, ਜਿਹਾ ਜਿਹਾ ਉਹਨਾਂ ਦਾ ਸਰੂਪ ਹੈ ਉਹੋ ਜਿਹਾ ਆਪਾਂ ਨੂੰ ਦੇਤਾ। ਉਵੇਂ ਦਾੜਾ ਪ੍ਰਕਾਸ਼ ਹੈ, ਸ਼ਸਤਰ ਪਾਏ ਹੋਏ ਨੇ ਖਾਲਸਾ। ਸਮੀਪ ਮੁਕਤੀ ਹੁੰਦੀ ਆ ਆਪਣੇ ਕੋਲ ਬਿਠਾਉਣਾ। ਹੁਣ ਜਿਵੇਂ ਆਪਾਂ ਨੂੰ ਆਪਣੇ ਕੋਲ ਬਿਠਾਉਂਦੇ ਨੇ ਮਹਾਰਾਜ, ਸੇ ਆਪਣਾ ਰੂਪ ਬਣਾ ਲੈਣਾ। ਸ਼ਲੋਕ ਮੁਕਤੀ ਹੁੰਦੀ ਆ ਉਸ ਲੋਕ ਦੀ ਪ੍ਰਾਪਤੀ, ਕਿ ਉਸ ਲੋਕ ਵਿੱਚ ਚਲੇ ਜਾਣਾ ਜਿੱਥੇ ਉਹ ਰਹਿੰਦੇ, ਸੱਚਖੰਡ ਦੇ ਵਿੱਚ। ਇਹ ਜਿਹੜਾ ਜਿਹੜਾ ਜਿੱਥੇ ਜਿੱਥੇ ਰਹਿੰਦਾ ਆਪਦੇ ਸੇਵਕ ਨੂੰ ਉੱਥੇ ਲੈ ਜਾਂਦਾ, ਜਿਹੜਾ ਜਿਹਨੂੰ ਮੰਨਦਾ। ਸਾਡੇ ਸਤਿਗੁਰ ਸੱਚਖੰਡ ਵਸਿਆ ਨਿਰੰਕਾਰ ਨੇ, ਧੁਰ ਕੀ ਬਾਣੀ ਹੈ, ਇਹ ਸਾਨੂੰ ਧੁਰ ਲੈ ਜਾਂਦੀ ਹੈ। ਹੋਰ ਧਰਮਾਂ ਵਾਲੇ ਜਿੱਥੇ ਜਿੱਥੇ ਮੰਨਦੇ ਉਹਨਾਂ ਨੂੰ, ਉਹਨਾਂ ਦੇ ਪੈਰੋਕਾਰਾਂ ਨੂੰ ਆਪਣੇ ਉਹ ਉੱਥੇ ਲੈ ਜਾਂਦੇ ਨੇ ਜਿੱਥੇ ਵੀ ਰਹਿੰਦੇ ਨੇ। ਕਿਉਂਕਿ ਇਹ ਪੰਗਤੀਆਂ ਇਸ ਢੰਗ ਨਾਲ ਲਿਖੀਆਂ, ਪਹਿਲਾਂ ਥੱਲੇ ਵਾਲੀ ਪੰਗਤੀ ਪੜ੍ਹਨੀ, ਫਿਰ ਉੱਪਰ ਵਾਲੀ। ਕਥਾ ਵਿੱਚ ਹਰ ਕੇ ਨਾਮ ਕੀ ਕਥਾ ਮਨ ਪਾਈ। ਕਹਿੰਦੇ ਜਿਨ੍ਹਾਂ ਨੂੰ ਹਰੀ ਦੇ ਨਾਮ ਦੀ ਕਥਾ ਮਨ ਦੇ ਵਿੱਚ ਚੰਗੀ ਲੱਗੀ ਹੈ, ਹਰ ਕੇ ਨਾਮ ਕੀ ਕਥਾ ਸਭ ਤੇ ਉਤਮ ਹਰ ਕੀ ਕਥਾ। ਮਹਾਰਾਜ ਕਹਿੰਦੇ ਨੇ ਹਰ ਹਰ ਕਥਾ ਨਿਰਾਲੀ। ਹੁਣ ਜਿਹੜੀ ਕਥਾ ਹੈ, ਹੁਣ ਕਥਾ ਇਹਦੇ ਪੂਰਨਮਾਸ਼ੀ ਦੀ ਕਥਾ, ਇਹ ਵੀ ਪੂਰਨਮਾਸ਼ੀਆਂ ਦੀ ਵੀ ਕਥਾ ਹੁੰਦੀ ਹੈ। ਫਲਾਣੇ ਦੇਵਤੇ ਦੀ ਕਥਾ, ਚੰਦਰਮਾ ਦੀ ਕਥਾ, ਸੂਰਜ ਦੀ ਕਥਾ, ਤਾਰਿਆਂ ਦੀ ਕਥਾ, ਉਹਦੀ ਕਥਾ। ਉਹ ਦੁਨੀਆ 'ਚ ਕਥਾ ਤਾਂ ਬਹੁਤ ਨੇ, ਪਰ ਕਿ ਹਰ ਕੇ ਨਾਮ ਕੀ ਕਥਾ ਮਨ ਪਾਈ। ਜਿਹੜੀ ਗੁਰਬਾਣੀ ਦੀ ਕਥਾ ਨਾ, ਧੁਰ ਕੀ ਬਾਣੀ ਦੀ ਕਥਾ, ਜਿਨ੍ਹਾਂ ਦੇ ਮਨ ਨੂੰ ਇਹ ਭਾ ਗਈ, ਚੰਗੀ ਲੱਗੀ, ਮਨ ਉਹ ਬੰਦੇ ਨੂੰ ਕੀ ਮਿਲਿਆ? ਅਨੇਕ ਰਾਜ ਭੋਗ ਵਡਿਆਈ। ਮਨ ਉਹਨਾਂ ਨੂੰ ਅਨੇਕ ਰਾਜ ਮਿਲ ਗਏ, ਉਹਨਾਂ ਨੂੰ ਅਨੇਕਾਂ ਭੋਗ ਮਿਲ ਗਏ, ਭੋਗ ਪਦਾਰਥ, ਅਨੇਕਾਂ ਵਡਿਆਈਆਂ ਉਹਨਾਂ ਨੂੰ ਮਿਲ ਗਈਆਂ ਜਿਨ੍ਹਾਂ ਨੂੰ ਕਥਾ ਚੰਗੀ ਲੱਗੀ। ਕਿਉਂਕਿ ਕਥਾ ਬਾਣੀ ਦੀ ਹੈ, ਇਹ ਵੀ ਡਾਇਰੈਕਟ ਬਾਣੀ ਸੁਣਨੀ, ਅਖੰਡ ਪਾਠ ਸਾਹਿਬ, ਸਹਿਜ ਪਾਠ ਸਾਹਿਬ, ਨਿਤਨੇਮ, ਸੁਖਮਨੀ ਸਾਹਿਬ,
ਉਸੇ ਬਾਣੀ ਨੂੰ ਕਿ ਕੀਰਤਨ ਨਾਲ ਸੁਣਦੇ ਹਾਂ ਤਾਂ ਵੀ ਉਹੀ ਗੱਲ ਹੈ, ਉਸੇ ਬਾਣੀ ਦੀ ਜੇ ਕਥਾ ਸੁਣਦੇ ਹਾਂ ਤਾਂ ਵੀ ਉਹੀ ਗੱਲ ਹੈ। ਹੁਣ ਵੀ ਆਪਾਂ ਬਾਣੀ ਵਿੱਚ ਹੀ ਜੁੜੇ ਹੋਏ ਹਾਂ ਸਾਰੇ ਜਾਣੇ। ਮਹਾਰਾਜ ਕਹਿੰਦੇ ਹਰ ਕੇ ਨਾਮ ਕੀ ਕਥਾ ਮਨ, ਜਿਨ੍ਹਾਂ ਨੂੰ ਭਾ ਗਈ ਚੰਗੀ ਲੱਗੀ ਕਥਾ, ਮਨ ਉਹਨਾਂ ਨੇ ਅਨਕ ਰਾਜ ਭੋਗ ਵਡਿਆਈਆਂ ਪ੍ਰਾਪਤ ਕਰ ਲਈਆਂ, ਉਹਨਾਂ ਦੇ ਉੱਤੇ ਮਿਹਰ ਹੋ ਗਈ। ਕਥਾ ਜਦੋਂ ਅਸੀਂ ਕਰਦੇ ਹਾਂ ਦਸਾਂ ਸਰੂਪਾਂ ਦੀ ਕਥਾ, ਮਹਾਰਾਜ ਨੇ ਬਚਨ ਕੀਤਾ ਜਿਹੜਾ ਕਥਾ ਸੁਣਦਾ ਹੈ ਸੁਭਾਵਕ ਹੀ ਉਹਨੂੰ ਧਰਮ, ਅਰਥ, ਕਾਮ, ਮੋਖ, ਚਾਰ ਪਦਾਰਥ ਕਥਾ ਵਿੱਚੋਂ ਮਿਲ ਜਾਂਦੇ ਨੇ। ਆ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਜਿਹੜੀ ਰਿਕਾਰਡ ਕੀਤੀ ਹੈ, ਪ੍ਰੈਕਟੀਕਲ ਕਰਾ ਦਿੰਦਾ ਤੁਹਾਡੇ। ਕਥਾ ਲਾ ਲਓ, ਬੈਠੋ, ਫੁਰ ਨਾ ਕਰੋ ਵੀ ਆਹ ਗੱਲ ਦਾ ਜਵਾਬ ਮਿਲੇ, ਕਿਉਂਕਿ ਉਹ ਮੇਰੀ ਕਥਾ ਨਹੀਂ ਗੀ, ਉਹ ਬਾਣੀ ਦੀ ਕਥਾ। ਤੁਹਾਨੂੰ ਚਲਦੀ ਕਥਾ 'ਚੋਂ ਫਿਰ ਤੁਹਾਡਾ ਜਵਾਬ ਆ ਜਾਊਗਾ। ਫਿਰ ਤੁਸੀਂ ਹੈਰਾਨ ਹੋਵੋਗੇ, ਮੈਂ ਇਹ ਸੋਚਿਆ ਸੀ, ਹੁਣੇ ਸੋਚਿਆ ਸੀ, ਹੁਣੇ ਹੀ ਆ ਗਿਆ ਇਹ। ਮਹਾਰਾਜ ਜਵਾਬ ਦੇ ਦਿੰਦੇ ਚਲਦੀ ਕਥਾ ਵਿੱਚ ਆਪਾਂ ਨੂੰ ਜਵਾਬ। ਹੁਣ ਆਪਾਂ ਇੱਥੇ ਕਥਾ 'ਚ ਬੈਠੇ, ਮਹਾਰਾਜ ਨੇ ਕਹਿਣਾ ਜਿਹੜਾ ਲੜੀਵਾਰ ਰੋਜ਼ ਕਥਾ ਇਤਿਹਾਸ ਦੀ ਸੁਣਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਸੁਣਦਾ ਹੈ, ਉਹ ਜੋ ਵੀ ਫੁਰਨਾ ਕਰੂਗਾ ਉਹਦਾ ਪੂਰਾ ਹੋ ਜਾਊਗਾ। ਫੁਰਨਾ ਕਰ ਲਓ, ਇਹਦੇ ਵੀ ਫਲ ਹੁੰਦੇ ਨੇ। ਜਿਵੇਂ ਅੱਜ ਸਤਸੰਗਤ ਕਰਨ ਆਏ ਆਪਾਂ, ਅੱਜ ਬੈਠੇ ਹਾਂ, ਅੱਜ ਵੀ ਤੁਸੀਂ ਸੋਚ ਕੇ ਆਏ ਹੋਣੇ ਮਹਾਰਾਜ ਮੇਰਾ ਆਹ ਕੰਮ ਬਣ ਜੇ, ਆਹ ਬਣ ਜੇ, ਆਹ ਬਣ ਜੇ। ਸਤਿਗੁਰੂ ਜੀ ਗ੍ਰਸਤੀ ਬੰਦਾ, ਕਿਉਂਕਿ ਉਹ ਸਾਰੇ ਕੰਮ ਹੀ ਚਾਹੁੰਦਾ। ਕਈ ਇੱਥੇ ਇਹੋ ਜਿਹੇ ਬੈਠੇ ਨੇ ਜਿਹੜੇ ਕਹਿੰਦੇ ਸਿਰਫ ਨਾਮ ਦਾਨ, ਸਿੱਖੀ ਦਾਨ, ਬਸ ਉਹਨਾਂ ਨੂੰ ਮਹਾਰਾਜ ਉਹ ਕੁਛ ਦੇ ਦਿੰਦੇ ਨੇ। ਜਿਹੜੇ ਕਹਿੰਦੇ ਨੇ ਇਹ, ਕਿਉਂਕਿ ਤਿੰਨ ਕੈਟਾਗਰੀਆਂ ਨੇ ਇਨਸਾਨਾਂ ਦੀਆਂ। ਇੱਕ ਤਾਂ ਹੈਗੀ ਹੈ ਜਿਹੜੀ ਬਿਲਕੁਲ ਹੀ ਥੱਲੇ ਹੀ ਆ, ਚੌਥੇ ਇੱਕ ਨੰਬਰ 'ਤੇ, ਉਹ ਤਾਂ ਕਹਿੰਦੇ ਸੁੱਤ ਬਿੱਤ ਲੋਕ ਈਖਣਾ ਤੀਨੀ। ਪੁੱਤਰ ਮਿਲ ਜੇ, ਬਿੱਤ ਹੁੰਦਾ ਧਨ ਮਿਲ ਜੇ। ਤੀਜੀ ਗੱਲ ਉਹਨਾਂ ਨੂੰ ਹੁੰਦੀ ਮੈਨੂੰ ਵਡਿਆਈ ਮਿਲਦੀ ਰਹੇ, ਜਿੱਧਰ ਜਾਵਾਂ ਬਸ ਮੇਰਾ ਟੌਰ ਹੀ ਬਣਿਆ ਰਹੇ। ਤਿੰਨ ਕੁ ਗੱਲਾਂ ਆਮ ਇਨਸਾਨ ਚਾਹੁੰਦਾ, ਉਹ ਮਹਾਰਾਜ ਉਹਨੂੰ ਦੇ ਹੀ ਜਾਂਦੇ ਨੇ, ਕਹਿੰਦੇ ਇੰਨੇ ਕੁ ਜੋਗਾ ਹੀ ਹੈ। ਹੁਣ ਇੱਕ ਕਿਸਮ ਹੈ ਜਿਹੜੇ ਮੰਗਦੇ ਨੇ ਧਰਮ, ਧਰਮੀ ਹੋਵਾਂ, ਅਰਥ ਸ਼ਾਸਤਰ, ਪੈਸੇ ਟਕੇ ਦਾ ਮਸਲਾ ਹੱਲ ਹੋਵੇ, ਕਾਮਨਾ ਪੂਰੀ ਹੋਵੇ, ਮੁਕਤੀ ਮਿਲ ਜੇ ਅਖੀਰ ਨੂੰ। ਇਹ ਦੂਸਰੇ ਨੰਬਰ 'ਤੇ ਮੰਨ ਲਓ, ਥੱਲਿਓਂ ਚੌਥੇ ਤੋਂ ਤੀਜੇ 'ਤੇ ਆ ਗਏ। ਹੁਣ ਇੱਕ ਦੂਸਰੇ ਨੰਬਰ ਵਾਲੇ ਨੇ ਜਿਹੜੇ, ਜਿਨ੍ਹਾਂ ਨੂੰ ਮਿਲਿਆ ਜਨਮ ਪਦਾਰਥ। ਆ ਜਿਹੜਾ ਆਪਾਂ ਨੂੰ ਮਿਲਿਆ ਗੁਰਬਾਣੀ ਅੰਦਰ, ਇਹ ਪਦਾਰਥ ਚਾਰ ਪਦਾਰਥ ਨੇ। ਇਹ ਵੱਡਾ ਪਦਾਰਥ ਹੈ ਜਨਮ ਪਦਾਰਥ। ਜਨਮ ਪਦਾਰਥ ਪਾ ਕੇ ਨਾਮ ਪਦਾਰਥ, ਨਾਮ ਪਦਾਰਥ ਪਾਇ ਕੈ ਕਬੀਰਾ ਗਾਂਠ ਨਾ ਖੋਲ। ਜਨਮ ਪਦਾਰਥ ਮਿਲ ਹੀ ਚੁੱਕਿਆ, ਜਨਮ ਪਦਾਰਥ ਦਾ ਨਾਂ ਵੀ ਬਾਣੀ 'ਚ ਆਇਆ। ਫਿਰ ਨਾਮ ਪਦਾਰਥ ਹੈ, ਪ੍ਰੇਮ ਪਦਾਰਥ ਹੈ, ਗਿਆਨ ਪਦਾਰਥ ਹੈ, ਫਿਰ ਮੁਕਤ ਪਦਾਰਥ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਫਿਰ ਪ੍ਰੇਮ ਪਦਾਰਥ ਵੀ ਮੰਗਦੇ ਨੇ, ਗਿਆਨ ਪਦਾਰਥ ਵੀ ਮੰਗਦੇ ਨੇ। ਹੁਣ ਉਹਨਾਂ ਵਿੱਚੋਂ ਸਾਰਿਆਂ ਨਾਲੋਂ ਉੱਪਰਲੇ ਜਿਹੜੇ ਨੇ, ਉਹ ਇਹ ਕਹਿੰਦੇ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਉਹਨਾਂ ਦੀ ਅਵਸਥਾ ਇਸ ਤੋਂ ਵੀ ਉੱਤੇ ਆ, ਉਹ ਕੁਛ ਵੀ ਨਹੀਂ ਚਾਹੁੰਦੇ। ਉਹ ਕਹਿੰਦੇ ਮਹਾਰਾਜ ਬਸ ਸਾਨੂੰ ਤਾਂ ਆਪਣੇ ਚਰਨਾਂ ਦਾ ਪਿਆਰ ਹੀ ਬਖਸ਼ ਦੇ। ਇਹ ਸਿੱਖੀ ਵਿੱਚ ਐ, ਥੱਲਿਓਂ ਤੁਸੀਂ ਚੱਲੋਗੇ, ਜਿਉਂ-ਜਿਉਂ ਤੁਹਾਨੂੰ ਸੋਝੀ ਹੁੰਦੀ ਜਾਊਗੀ ਤਿਉਂ ਤੇ ਉਹ ਸਟੇਬਲ ਹੁੰਦੇ ਜਾਓਗੇ, ਟਿਕ ਜੇ ਜਾਓਗੇ ਤੁਸੀਂ। ਤੁਹਾਨੂੰ ਕੋਈ ਏਡੀ ਨਹੀਂ ਉਹ ਗੱਲ ਰਹਿਣੀ ਫਿਰ, ਜਿਵੇਂ ਹੁਣ ਤੁਹਾਨੂੰ ਧਿਆਨ ਜੇ ਵੀ ਉਹ ਜਾਣਾ ਕੰਮ 'ਤੇ, ਜਾਣਾ ਕੰਮ 'ਤੇ, ਜਾਣਾ ਕੰਮ 'ਤੇ, ਉਹ ਕੰਮ ਕਰਨਾ, ਉਹ ਕੰਮ ਕਰਨਾ। ਇਹ ਜਿਹੜੇ ਰੱਬ ਦੇ ਪਿਆਰੇ ਆ, ਉਹਨਾਂ ਦੇ ਬੈਠੇ ਹੀ ਕੰਮ ਹੋ ਜਾਂਦੇ, ਤੁਸੀਂ ਜਾ ਕੇ ਕਰਨੇ। ਉਹਨਾਂ ਲਈ ਸਤਿਗੁਰੂ ਕੀ ਕਹਿੰਦੇ ਨੇ, ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰ। ਹੁਣ ਇਹ ਥਿਰ ਘਰ ਕੀ ਹੋਇਆ? ਥਿਰ ਹੁੰਦਾ ਸਟੇਬਲ, ਟਿਕਿਆ ਹੋਇਆ, ਥਿਰ ਘਰ। ਹੋਰ ਸਾਰਾ ਕੁਝ ਢਹਿ ਜਾਂਦਾ, ਦੁਨੀਆ 'ਚ ਖਤਮ ਹੋ ਜਾਂਦਾ, ਘਰ ਬਦਲ ਜਾਂਦੇ ਨੇ, ਪਰ ਦੇਖ ਲਓ ਗੁਰੂ ਘਰ ਉੱਥੇ ਹੀ ਰਹਿੰਦਾ। ਗੁਰੂ ਘਰ ਹਰਿਮੰਦਰ ਸਾਹਿਬ ਹੈ, ਜਦੋਂ ਤੱਕ ਧਰਤੀ ਰਹੂ ਹਰਿਮੰਦਰ ਸਾਹਿਬ ਨੇ ਇੱਥੇ ਹੀ ਰਹਿਣਾ। ਇਹ ਥਿਰ ਘਰ ਹੈ। ਥਿਰ ਘਰ ਦੂਜਾ ਆਪਣਾ ਸਾਧ ਸੰਗਤ ਹੈ। ਜਿੱਥੇ ਵੀ ਸੰਗਤ ਕਦੇ ਨਾਸ ਨਹੀਂ ਹੁੰਦੀ, ਸੰਗਤ ਹਮੇਸ਼ਾ ਰਹਿੰਦੀ। ਥਿਰ ਘਰ, ਗੁਰੂ ਘਰ ਬੈਠੋ, ਥਿਰ ਘਰ 'ਚ ਬੈਠੋ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਦੋ ਘਰ ਹੋ ਗਏ।
ਹੁਣ ਤੀਜਾ ਹੈ ਥਿਰ ਘਰ। ਮਨ ਨੂੰ ਕਿਹਾ, ਮਨ ਇੱਧਰ ਉੱਧਰ ਭਟਕਣਾ ਛੱਡ ਦੇ, ਇੱਥੇ ਆ ਜਾ ਹਿਰਦੇ 'ਚ, ਇਹ ਹਿਰਦੇ ਰੂਪੀ ਘਰ 'ਚ ਬਹਿ ਜਾ। ਜਦੋਂ ਮਨ ਟਿਕ ਗਿਆ, ਥਿਰ ਘਰ ਬੈਸੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਇਹ ਆਪਾਂ ਘਰ ਲੈ ਲਏ ਪਹਿਲਾਂ। ਹਰਿਮੰਦਰ ਸਾਹਿਬ ਸਥਿਰ ਹੈ, ਸੰਗਤ ਸਥਿਰ ਹੈ, ਹਿਰਦਾ ਘਰ ਸਥਿਰ ਹੈ, ਪਰ ਸਰੀਰ ਤਾਂ ਨਾਸ ਹੋ ਜਾਣਾ ਇੱਕ ਦਿਨ। ਫਿਰ ਥਿਰ ਘਰ ਕਿਹੜਾ ਹੈ? ਫਿਰ ਥਿਰ ਘਰ ਹੈ ਸੱਚਖੰਡ, ਉਹ ਬਾਅਦ ਵਿੱਚ ਮਿਲਣਾ। ਇਸ ਕਰਕੇ ਸਤਿਗੁਰੂ ਕਹਿੰਦੇ ਥਿਰ ਘਰ ਬੈਸੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸਭ ਕੁਝ ਹੋ ਜਾਂਦਾ ਹੈ। ਉਹ ਜੀ ਫਲਾਨਾ ਐ ਕਹੂਗਾ, ਫਲਾਨਾ ਕੁਛ ਨਹੀਂ ਕਹਿ ਸਕਦਾ, ਕਿਉਂਕਿ ਮੇਨ ਜਿੱਥੋਂ ਲਾਈਟ ਚੱਲਦੀ ਹੈ ਹਰੇਕ ਵਾਸਤੇ, ਇੱਥੋਂ ਹੀ ਚੱਲਦੀ ਹੈ ਸਾਰੀ ਲਾਈਟ, ਹਰੇਕ ਦੇ ਵਿੱਚ ਨੂੰ ਸੱਤਾ ਇਹਨਾਂ ਦੀ ਜਾਂਦੀ। ਮਹਾਰਾਜ ਜੀ ਆਪੇ ਹੀ ਪ੍ਰੇਰਨਾ ਦੇ ਦਿੰਦੇ ਨੇ ਹਰੇਕ ਨੂੰ। ਇਹ ਮੇਰੇ ਵੱਸ ਨਹੀਂ, ਮੈਂ ਤੁਹਾਨੂੰ ਅੱਜ ਹੀ ਉੱਥੇ ਤੱਕ ਲੈ ਜਾ। ਹੌਲੀ ਹੌਲੀ ਜਾਓਗੇ ਤੁਸੀਂ, ਹੌਲੀ ਹੌਲੀ ਨਿਸ਼ਚਾ ਵੱਜੂਗਾ, ਕਿਰਪਾ ਹੋਊਗੀ, ਸਮਰੱਥ ਗੁਰੂ ਤੇ ਭਰੋਸਾ ਹੋਊਗਾ ਭਈ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਸਭ ਕੁਝ ਕਰਨ ਨੂੰ ਸਮਰੱਥ ਨੇ। ਮਹਾਰਾਜ ਆਪ ਹੀ ਕਿਰਪਾ ਕਰ ਦਿੰਦੇ ਨੇ। ਰੱਬ ਦੇ ਪਿਆਰਿਆਂ ਨਾਲ ਤਾਂ ਅਸੀਂ ਬਹੁਤ ਕੁਝ ਦੇਖਦੇ ਰਹਿੰਦੇ, ਮਹਾਰਾਜ ਦੀ ਕਿਰਪਾ ਹੁੰਦੀ ਰਹਿੰਦੀ ਹੈ, ਕਈ ਕੁਝ ਹੋ ਜਾਂਦਾ ਹੈ। ਬਾਹਲੀਆਂ ਗੱਲਾਂ ਵੀ ਕੀ ਕਰਨੀਆਂ, ਅਸੀਂ ਲੇਟ ਹੋ ਜਾਂਦੇ ਹਾਂ। ਲੈ ਵੀ ਜਹਾਜ਼ ਦਾ ਤਾਂ ਟਾਈਮ ਲੰਘ ਜਾਣਾ ਅੱਗੇ, ਇੱਦਾਂ ਨਹੀਂ ਲੰਘਦਾ ਟਾਈਮ। ਆ ਜੋ ਬੈਠੇ ਨੇ ਮਾਲਕ, ਇਹਨਾਂ ਨੂੰ ਬੇਨਤੀ ਕੀਤੀ, ਮਹਾਰਾਜ ਜਹਾਜ਼ ਦਾ ਟਾਈਮ ਲੇਟ, ਅਸੀਂ ਤਾਂ ਲੇਟ ਹੈ। ਚਲੋ ਏਅਰਪੋਰਟ 'ਤੇ ਕੰਪਿਊਟਰ ਹੀ ਖਰਾਬ ਹੋ ਗਿਆ, ਜਾਂ ਜਹਾਜ਼ ਹੀ ਪਿੱਛੋਂ ਲੇਟ ਹੋ ਗਿਆ, ਜਾਂ ਜਹਾਜ਼ ਦੇ ਤੁਰਨ ਵਿੱਚ ਇਹਨਾਂ ਨੇ ਕਹਿਣਾ ਤੂੰ ਚੱਲ, ਮੇਰੇ 'ਤੇ ਯਕੀਨ ਰੱਖ, ਤੈਨੂੰ ਮੈਂ ਪਹੁੰਚਾਊਂਗਾ ਟਾਈਮ ਸਿਰ। ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਸੰਭਾਲਦੇ। ਮੈਂ ਇੱਕ ਉਦਾਹਰਣ ਦਿੱਤੀ ਤੇ ਬਾਕੀ ਸਮਝ ਲਓ ਵੀ ਕੋਈ ਵੀ ਕੰਮ ਦੇ ਵਿੱਚ ਕਦੇ ਵੀ ਜਦੋਂ ਤੁਹਾਨੂੰ ਲੱਗੇ ਵੀ ਹੁਣ ਮੇਰਾ, ਲੋਕੀ ਜਿੱਥੇ ਮਾਲਕ ਕਹਿੰਦੇ ਨੇ ਮੇਰਾ ਮਾਲਕ, ਮਾਲਕ ਤਾਂ ਵੈਸੇ ਗੁਰੂ ਗ੍ਰੰਥ ਸਾਹਿਬ ਹੈ, ਪਰ ਕੰਮ ਵਾਲੇ ਨੂੰ ਵੀ ਕਹਿੰਦੇ ਮੇਰਾ ਮਾਲਕ ਨਾਰਾਜ਼ ਹੋ ਜਾਊਗਾ। ਮਾਲਕ ਦੇ ਵਿੱਚ ਜੋਤ ਕਿਹਦੀ ਹੈ? ਉਹ ਵੀ ਇਹਨਾਂ ਦੀ ਹੋਈ ਹੈ। ਜਦੋਂ ਤੁਸੀਂ ਇਹਨਾਂ ਨੂੰ ਬੇਨਤੀ ਕਰੋਗੇ ਮਹਾਰਾਜ ਤੁਸੀਂ ਵੀ ਤਾਂ ਉੱਥੇ ਬੈਠੇ ਹੀ ਹੋ, ਉਹਨਾਂ ਦੇ ਰਾਹੀਂ ਮਿਹਰਬਾਨ ਹੋ ਜਾਓ। ਸਤਿਗੁਰੂ ਐਂ ਹੀ ਪ੍ਰੇਰ ਦਿੰਦੇ ਅਗਲੇ ਨੂੰ, ਐਂ ਹੀ ਘੁੰਮ ਜਾਂਦਾ ਕੰਮ। ਤੁਸੀਂ ਉਹ ਸਿਸਟਮ ਨੂੰ ਸਮਝੋ, ਉਹ ਸਿਸਟਮ ਹੈ ਕੀ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੁਣ ਅਗਲੀ ਪੰਕਤੀ 'ਚ ਕਹਿੰਦੇ ਰਸਨਾ ਜਪਤੀ ਹਰ ਹਰ ਨੀਤ। ਜਿਨ੍ਹਾਂ ਦੀ ਰਸਨਾ ਜ਼ੁਬਾਨ, ਨੀਤ ਰੋਜ਼ ਹਰ 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 ਭਾਵ ਵਾਹਿਗੁਰੂ 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 ਜਪਦੀ ਹੈ, ਉਹਨਾਂ ਨੂੰ ਮਾਨੋ ਉਹਨਾਂ ਲਈ ਹਰ ਹਰ ਜਪਣਾ ਹੀ ਬਹੁ ਭੋਜਨ ਕਾਪਰ ਸੰਗੀਤ। ਬਹੁਤੇ ਭੋਜਨ ਕੱਪੜੇ ਤੇ ਸੰਗੀਤ ਉਹਨਾਂ ਦਾ ਕੀ ਹੈ? ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ। ਇਹ ਇਸ ਕਰਕੇ ਹੋਇਆ ਵੀ ਉਹਨਾਂ ਨੂੰ ਕਿਉਂ ਸਰਬ ਬੈਕੁੰਠ ਮੁਕਤ ਮੋਖ ਪਾਏ, ਅਨਕ ਰਾਜ ਭੋਗ ਵਡਿਆਈ ਬਹੁ ਭੋਜਨ ਕਾਪਰ ਸੰਗੀਤ। ਉਹਨਾਂ ਲਈ ਕਿਉਂ ਹੋਇਆ? ਕਿਉਂਕਿ ਉਹਨਾਂ ਨੂੰ ਨਾਮ ਦੀ ਸਮਝ ਲੱਗ ਗਈ ਹੈ ਕਿ ਨਾਮ ਕੀ ਚੀਜ਼ ਹੈ। ਇਹ ਸਾਰੀਆਂ ਸੰਸਾਰੀ ਚੀਜ਼ਾਂ ਨੇ, ਉਹਨਾਂ ਲਈ ਇਹ ਸਾਰਾ ਕੁਝ ਨਾਮ ਹੀ ਬਣ ਜਾਂਦਾ। ਨਾਮ ਦੇ ਨਾਲ ਹੀ ਉਹ ਮਹਾਰਾਜ ਦੀ ਕਿਰਪਾ ਨੂੰ ਪ੍ਰਾਪਤ ਕਰੀ ਜਾਂਦੇ ਹੌਲੀ ਹੌਲੀ। ਇਹ ਦੋ ਰਸਤੇ ਨੇ, ਦੋ ਸਿਸਟਮ ਨੇ। ਇਹਨਾਂ ਨੂੰ ਜਿਹੜਾ ਬੰਦਾ ਸਮਝ ਲੈਂਦਾ, ਇੱਕ ਤਾਂ ਸੰਸਾਰੀ ਜੀਵ ਹੈ, ਜਦੋਂ ਹੌਲੀ 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 ਸਮਝਦਾ ਤਾਂ ਉਹਨੂੰ ਸਮਝ ਲੱਗ ਜਾਂਦੀ ਵੀ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣ ਹੈ, ਜਲ ਥਲ ਮਹੀਅਲ ਸੋਏ। ਜਦੋਂ ਆਪਾਂ ਇਹ ਕਹਿੰਦੇ ਕਿ ਉਹ ਇੱਕ ਪਾਸੇ ਇਹ ਤੁਹਾਡੀਆਂ ਮੂੰਹ ਦੀਆਂ ਬਸ ਗੱਲਾਂ, ਵੀ ਰੱਬ ਤਾਂ ਦੇਖੋ ਜੀ ਸਾਰਿਆਂ 'ਚ ਬੈਠਾ, ਉਹਦੇ ਬਿਨਾਂ ਪੱਤਾ ਵੀ ਨਹੀਂ ਹਿਲਦਾ ਹੈ, ਫਿਰ ਇਹ ਮੂੰਹ ਦੀ ਗੱਲ ਹੋਈ, ਮੰਨਣ ਦੀ ਤਾਂ ਨਾ ਹੋਈ ਤੁਹਾਡੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਤੁਸੀਂ ਯਕੀਨ ਕਰੋ, ਯਕੀਨ ਕਰੋ, ਸਾਰਾ ਕੁਝ ਤੁਹਾਡੇ। ਮਹਾਰਾਜ ਨੇ ਅੱਜ ਦੱਸਿਆ ਨਾ,
ਆਤਮ ਜਿਣੈ ਸਗਲ ਵਸ ਤਾਂ ਕੈ। ਸਗਲ ਵਸ ਕੀ, ਜੀ ਜੰਤ ਸਭ ਵਸ ਕਰ ਦੀਨੇ, ਸੇਵਕ ਸਭ ਦਰਬਾਰੇ। ਸਤਿਗੁਰੂ ਕਹਿੰਦੇ ਬਾਦਸ਼ਾਹ ਸਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਸਤਿਗੁਰੂ ਕਹਿੰਦੇ ਨੇ ਬਾਦਸ਼ਾਹ ਤੇ ਸ਼ਾਹ, ਆ ਸ਼ਬਦ ਹੀ ਹੈ, ਇਹਦਾ ਹੀ ਅਭਿਆਸ ਕਰ ਲਓ। ਆਵਰ ਤਮਾਸ਼ਾ ਦੇਖ ਲਓ ਸਾਰੇ। ਥਿਰ ਕਰ ਬੈਸੋ ਹਰ ਜਨ ਪਿਆਰੇ ਦਾ ਅਭਿਆਸ ਕਰੋ। ਜਿਨ੍ਹਾਂ ਨੇ ਕੀਤਾ, ਜਿਹੜੇ ਸ਼ਬਦ ਨੂੰ ਸਮਝ ਗਏ ਨੇ, ਉਹ ਤਾਂ ਮੇਰਾ ਖਿਆਲ ਵੀ ਰੋਜ਼ 32 ਮਾਲਾ ਹੀ ਇਸ ਦੀਆਂ ਕਰਦੇ ਨੇ। ਕਿਉਂ? ਫਿਰ ਥਿਰ ਕਰ ਬੈਸੇ ਹੀ ਕਰਮ ਹੁੰਦਾ, ਸਿਰਫ ਸੋਚਣ ਮਾਤਰ ਹੀ ਕੰਮ ਹੋ ਜਾਂਦਾ। ਇੱਥੇ ਤੱਕ ਸਟੇਜ ਮਨ ਦੀ ਲਿਜਾਣੀ ਬਹੁਤ ਦੇਰ ਲੱਗ ਜਾਂਦੀ ਹੈ। ਟਿਕਾਓ ਵਿੱਚ ਲੈਣਾ ਪੈਂਦਾ ਆਪਣੇ ਆਪ ਨੂੰ। ਸ਼ਬਦ ਪੜ੍ਹਦੇ ਪੜ੍ਹਦੇ ਜਿਹੜੇ ਕੰਮ ਨੂੰ ਸੋਚ ਲਓਗੇ ਉਹੀ ਹੋ ਜਾਣਾ। ਜਿਹੜਾ ਕੰਮ ਮਨ 'ਚ ਫੁਰਨ ਆ ਗਿਆ ਉਹੀ ਹੋ ਜਾਣਾ। ਜਿਹਦਾ ਮਰਜ਼ੀ ਸੋਚ ਲਓ, ਮਾੜਾ ਨਹੀਂ, ਗੁਰਬਾਣੀ ਮਾੜਾ ਨਹੀਂ ਕਰਦੀ, ਨਾ ਹੀ ਮਾੜਾ ਸੋਚਣਾ, ਨਾ ਮਾੜਾ ਕਰਨਾ, ਇਹ ਧਿਆਨ ਰੱਖਣਾ। ਗੁਰਬਾਣੀ ਹਮੇਸ਼ਾ ਚੰਗਾ ਹੀ ਚੰਗਾ ਕਰਦੀ, ਕਿਉਂਕਿ ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ। ਸਤਿਗੁਰੂ ਜੀ ਕਿਸੇ ਦਾ ਬੁਰਾ ਨਹੀਂ ਕਰਦੇ। ਸਤਿਗੁਰੂ ਤਾਂ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਇਸ ਕਰਕੇ ਜਿਨ੍ਹਾਂ ਨੇ ਰਸਨਾ ਦੇ ਨਾਲ ਵਾਹਿਗੁਰੂ 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 ਜਪਿਆ, ਉਹਨਾਂ ਲਈ ਨਾਮ ਹੀ ਭੋਜਨ ਹੈ। ਸੋ ਜਿਵੇਂ ਮਹਾਰਾਜ ਨੇ ਬਚਨ ਕੀਤਾ ਹੈ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਸਤਿਗੁਰੂ ਕਹਿੰਦੇ ਨਾਮ ਹੀ ਭੋਜਨ ਹੈ, ਨਾਮ ਹੀ ਕੱਪੜਾ ਹੈ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਨਾਮ ਹੀ ਉਹਨਾਂ ਦਾ ਸੰਗੀਤ ਹੈ। ਲੋਕੀ ਤਾਂ ਇੱਕ ਬੰਦਾ ਕਹਿੰਦਾ ਜਦੋਂ ਸਾਰਾ ਕੁਝ ਮੁੱਕ ਗਿਆ ਫਿਰ ਇੰਟਰਟੇਨਮੈਂਟ ਕੀ ਹੋਊ ਲੋਕਾਂ ਦਾ, ਹੁਣ ਤਾਂ TV ਹੈ, ਇੰਟਰਨੈਟ ਹੈ। ਔਰ ਨਹੀਂ, ਫਿਰ ਨਾਮ ਹੀ ਸੰਗੀਤ ਬਣ ਜਾਣਾ। ਨਾਮ ਸੰਗੀਤ ਵਿੱਚ ਰਸ ਹੈ, ਇਕਾਗਰਤਾ ਹੈ, ਟਿਕਾਓ ਹੈ। TV ਵਿੱਚ ਕੁਛ ਵੀ ਨਹੀਂ ਹੈ। TV ਵਿੱਚ ਫਿੱਕਾਪੁਣਾ। ਫਿੱਕਾਪੁਣਾ ਕਿਵੇਂ? ਸਤਿਗੁਰੂ ਕਹਿੰਦੇ ਵਿਖੇ ਬਨ ਫੀਕਾ, ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ। ਉਹ ਜਿਹੜੇ ਗੀਤ ਸੰਗੀਤ ਲੋਕੀ ਗਾਉਂਦੇ ਨੇ, ਉਹਨਾਂ ਗੀਤਾਂ ਸੰਗੀਤਾਂ ਦੇ ਵਿੱਚ ਆਤਮਕ ਆਨੰਦ ਨਹੀਂ ਹੈ। ਜੇ ਗਾਣਿਆਂ ਨਾਲ ਹੀ ਸਾਰੀ ਕਿਰਪਾ ਹੁੰਦੀ TV ਨਾਲ, ਫਿਰ ਤਾਂ ਸਾਰੀ ਦੁਨੀਆ ਨੂੰ ਲੋੜ ਹੀ ਬਾਣੀ ਦੀ ਪੈਣੀ ਸੀ। ਫਿਰ ਤਾਂ ਗਾਣਿਆਂ ਨਾਲ ਹੀ ਲੋਕ ਸੁਖੀ ਹੋ ਜਾਂਦੇ। ਆ ਬਹੁਤ ਨੌਜਵਾਨ ਹਮੇਸ਼ਾ ਆਈਪੌਡ ਗਾਣਿਆਂ ਦੇ ਹੀ ਭਰੇ ਪਏ ਨੇ, ਸੀੜੀਆਂ ਗਾਣਿਆਂ ਦੀਆਂ ਭਰੀਆਂ ਪਈਆਂ ਨੇ। ਜੇ ਗਾਣਿਆਂ ਨਾਲ ਹੀ ਸ਼ਾਂਤੀ ਹੁੰਦੀ, ਆ ਥੋੜ੍ਹੇ ਪੌਪ ਸੰਗੀਤ ਗਾਉਂਦੇ ਨੇ ਅੰਗਰੇਜ਼ ਵੀ, ਆ ਸਾਰਾ ਦਿਨ ਸੜਕ 'ਤੇ ਤੁਰੇ ਜਾਂਦੇ ਹੀ ਨੱਚੀ ਜਾਂਦੇ, ਸਾਈਕਲ 'ਤੇ ਵੀ, ਗੱਡੀ 'ਚ ਵੀ ਹਿੱਲੀ ਜਾਂਦੇ ਨੇ, ਅਤੇ ਲੜਦੇ ਵੀ ਸਭ ਤੋਂ ਜ਼ਿਆਦਾ ਇਹੀ ਹੈ। ਅਤੇ ਤੁਸੀਂ ਵੀ ਲੜਦੇ ਹੋ। ਗਾਣੇ ਗਾਉਣ ਵਾਲੇ ਕਦੇ ਸੁਖੀ ਦੇਖਿਆ? ਕਿਉਂਕਿ ਗਾਣੇ ਵਿੱਚ ਓਨਲੀ ਟੈਂਪਰੇਰੀ ਸੁੱਖ ਹੈ। ਜਿਵੇਂ ਸਿਰ ਦਰਦ, ਗੋਲੀ ਖਾ ਲਈ, ਸਿਰ ਦਰਦ ਕਹਿੰਦੇ 4 ਘੰਟੇ ਠੀਕ ਰਿਹਾ, ਫਿਰ ਹੋਣ ਲੱਗ ਗਿਆ, ਉਹ ਟੈਂਪਰੇਰੀ ਹੈ। ਸਿਰ ਦਰਦ ਦੀ ਅਸਲੀ ਜੜ ਨਹੀਂ ਕੱਢੀ ਗਈ ਕਿੱਥੋਂ ਹੋਇਆ ਹੈ। ਜਦੋਂ ਤੱਕ ਅਸਲੀ ਚੀਜ਼ ਨਹੀਂ ਫੜੀ ਜਾਂਦੀ, ਸਿਰ ਦਰਦ ਹੋਇਆ ਕਾਹਦੇ ਨਾਲ ਹੈ, ਉਦੋਂ ਤੱਕ ਉਹ ਗੱਲ ਨਹੀਂ ਬਣਦੀ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ, ਜੇ ਤੁਸੀਂ ਹਰੀ ਹਰੀ ਵਾਹਿਗੁਰੂ ਵਾਹਿਗੁਰੂ ਜਪਦੇ ਹੋ, ਇਹ ਜੇ ਤੁਸੀਂ ਇਹਨੂੰ ਭੋਜਨ ਬਣਾ ਲਓ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕਉ, ਹਰ ਹਰ ਸਦਾ ਭਜੋ ਜਗਦੀਸ਼। ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਮਹਾਰਾਜ ਨੇ ਸਾਰਾ ਕੁਝ ਲਿਖਿਆ ਹੋਇਆ ਬਾਣੀ ਦੇ ਅੰਦਰ। ਹਿਰਦੈ ਬਸੇ ਪੂਰਨ ਗੁਰ ਮੰਤ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਪੂਰਨ ਗੁਰ ਮੰਤਰ ਵਸ ਗਿਆ, ਵਾਹਿਗੁਰੂ ਮੰਤਰ, ਭਲੀ ਸੋ ਕਰਨੀ। ਉਹਨਾਂ ਦੀ ਜਿਹੜੀ ਕਰਨੀ ਆ ਨਾ, ਕੰਮਕਾਰ ਸਾਰੇ ਉਹ ਭਲੇ ਹੋ ਜਾਂਦੇ ਨੇ। ਭਲੀ ਕਰਨੀ ਕਰਦੇ ਨੇ ਉਹ, ਸੋਭਾ ਹੋ ਜਾਂਦੀ ਦੁਨੀਆ ਵਿੱਚ, ਲੋਕਾਂ ਪਰਲੋਕਾਂ ਵਿੱਚ। ਧਨਵੰਤ, ਪੈਸਾ ਵੀ ਹੋ ਜਾਂਦਾ ਉਹਦੇ ਕੋਲੇ। ਉਹ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ, ਹਿਰਦਾ ਜਿਸ ਭਗਵੰਤ। ਮਹਾਰਾਜ ਕਹਿੰਦੇ ਨੇ ਉਹ ਸਾਰਾ ਕੁਝ ਹੀ ਤੁਹਾਡੇ ਕੋਲ ਹੈ, ਜੇ ਗੁਰਮੰਤਰ ਨੂੰ ਹਿਰਦੇ 'ਚ ਵਸਾ ਲਓ।
ਜਿਨ੍ਹਾਂ ਨੂੰ ਸਮਝ ਲੱਗ ਗਈ ਉਹ ਤਾਈਓ ਹਰ ਵਕਤ ਵਾਹਿਗੁਰੂ 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 ਕਰਦੇ। ਲੋਕ ਕਹਿੰਦੇ ਵੀ ਇਹ ਹਰ ਟਾਈਮ ਹੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ, ਇੰਨੀ ਵਾਰ ਵਾਹਿਗੁਰੂ ਕਹਿਣ ਦਾ ਕੀ ਫਾਇਦਾ। ਤਾਂ ਜਦ ਸਕੂਲ 'ਚ ਪੜ੍ਹਦੇ ਸੀ ਜਦ ਤਾਂ ਬੜੇ ਪਹਾੜੇ ਪਕਾਉਂਦੇ ਹੁੰਦੇ ਸੀ, ਜਦ ਤਾਂ ਜਿਹੜੀਆਂ ਫਾਰਮਾਂ ਕਿੰਨੀਆਂ ਪਕਾਉਂਦੇ ਸੀਗੇ। ਇਸ ਕਰਕੇ ਜੇ ਫਾਰਮ ਪਕਾਉਂਦੇ ਸੀ ਜਾਂ ਹੋਰ ਚੀਜ਼ਾਂ, ਸਕੂਲ ਵਿੱਚ ਜਦੋਂ ਪੜ੍ਹਾਈ ਕੀਤੀ ਤਾਂ ਰੱਟੇ ਲਾ ਲਾ ਕੇ ਮਨ 'ਚ ਵਸਾਈ ਸੀ। ਕਿਸੇ ਵੀ ਚੀਜ਼ ਨੂੰ ਬਾਰ-ਬਾਰ ਪੜ੍ਹਨ ਦੇ ਨਾਲ ਉਹ ਮਨ ਦੇ ਅੰਦਰ ਵਸ ਜਾਂਦੀ। ਇਸੇ ਤਰ੍ਹਾਂ ਬਾਰ-ਬਾਰ ਵਾਹਿਗੁਰੂ ਕਹਿਣਾ, ਬਾਰ-ਬਾਰ ਕਹਿਣਾ, ਮਨ ਦੇ ਅੰਦਰ ਨਾਮ ਨੂੰ ਵਸਾ ਲੈਣਾ। ਜਦੋਂ ਮਨ ਹਿਰਦੇ 'ਚ ਵਸ ਜਾਂਦਾ ਬਾਰ-ਬਾਰ ਕਹਿ ਕੇ, ਤਾਂ ਉਸ ਵਕਤ ਮਹਾਰਾਜ ਕਹਿੰਦੇ ਨੇ ਫਿਰ ਉਹਨਾਂ ਨੂੰ ਸੁਕਰਨੀ ਵੀ ਹੋ ਗਈ, ਸੋਭਾ ਵੀ ਹੋ ਗਈ, ਧਨਵੰਤ ਵੀ ਹੋ ਗਏ। ਪਰ ਸਤਿਗੁਰੂ ਜੀ ਇਹ ਕਿੱਥੇ ਜਾ ਕੇ ਹੁੰਦਾ? ਕੋਈ ਥਾਂ ਵੀ ਹੁੰਦੀ ਹੈ ਇਹਦੀ ਵੀ ਜਿੱਥੇ ਜਾ ਕੇ ਕਿਰਪਾ ਹੁੰਦੀ ਹੈ? ਸਤਿਗੁਰੂ ਕਹਿੰਦੇ ਆ ਅਕਾਲ ਪੁਰਖ ਅੱਗੇ, ਗੁਰੂ ਗ੍ਰੰਥ ਸਾਹਿਬ ਅੱਗੇ ਬੇਨਤੀ ਕਰੋ ਕਿ ਮਹਾਰਾਜ ਇੱਕ ਦਿਨ ਸੰਗਤ ਨਾ ਦਿਓ, ਸਦਾ ਲਈ ਦਿਓ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਹਾਰਾਜ ਇਸੇ ਸ਼ਬਦ ਸਾਰਾ ਕੁਝ ਦੱਸਦੇ। ਗੌੜੀ ਮਹੱਲਾ ਪੰਜਵਾਂ 201 ਅੰਗ ਤੇ ਹੈ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਰਹਾਓ ਜ਼ਰੂਰ ਕਹਿਣਾ ਹੈ। ਕਈ ਲੋਕ ਰਹਾਓ ਤੇ ਪਹਿਲਾਂ ਗੌੜੀ ਮਹੱਲਾ ਪੰਜਵਾਂ ਤੱਕ ਸਭ ਛੱਡ ਜਾਂਦੇ, ਫਿਰ ਉਹ ਕਹਿਣਗੇ ਸ਼ਬਦ ਤਾਂ ਪੜ੍ਹਿਆ ਕੰਮ ਨਹੀਂ ਬਣਿਆ। ਉਹ ਮੇਨ ਚੀਜ਼ ਤਾਂ ਛੱਡ ਹੀ ਦਿੱਤੀ। ਗੌੜੀ ਰਾਗ 'ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਉਹਨਾਂ ਨਾਂ ਛੱਡਤਾ ਤੇ ਰਹਾਓ ਵੀ ਛੱਡਤਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਦੁਸ਼ਟ ਦੂਤ ਪਰਮੇਸ਼ਰ ਮਾਰੇ। ਇਕੱਲੇ ਦੁਸ਼ਟ ਦੂਤ ਬਾਹਰਲੇ ਵੀ ਹੁੰਦੇ, ਅੰਦਰ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਚੁਗਲੀ, ਬਦੀ, ਬਖੀਲੀ, ਈਰਖਾ, ਤ੍ਰਿਸ਼ਨਾ, ਕਈ ਕੁਛ ਹੈ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਮਦੂਤ ਵੀ ਪਰਮੇਸ਼ਰ ਮਾਰੇ। ਜਾਨ ਕੀ ਪੈਜ ਇੱਜ਼ਤ ਹੁੰਦੀ ਰੱਖੀ ਕਰਤਾਰੇ। ਬਾਦਸ਼ਾਹ ਸ਼ਾਹ ਸਭ ਵਸ ਕਰਨੇ। ਬਾਦਸ਼ਾਹ ਤੇ ਸ਼ਾਹ ਉਹਦੀ ਮੁੱਠੀ 'ਚ। ਪਰ ਦੂਜੇ ਪਾਸੇ ਬਾਦਸ਼ਾਹ ਮਨ ਨੂੰ ਕਿਹਾ ਤੇ ਸ਼ਾਹ ਇੰਦਰੀਆਂ ਨੂੰ ਕਿਹਾ। ਮਨ ਅਤੇ ਇੰਦਰੀਆਂ ਉਹਦੇ ਕਾਬੂ 'ਚ ਰਹਿੰਦੀਆਂ ਨੇ ਹਮੇਸ਼ਾ। ਇਹ ਸ਼ਬਦ ਦੇ ਅਭਿਆਸ ਨਾਲ ਪਤਾ ਲੱਗਣਾ। ਜੇ ਹੁਣ ਤੁਸੀਂ ਪ੍ਰੈਕਟਿਸ ਕਰ ਜੇ ਤੁਹਾਡੇ ਕੋਲ ਵਿਹਲਾ ਟਾਈਮ ਹੈ ਤਾਂ ਆਹ ਸ਼ਬਦ ਦਾ ਅਭਿਆਸ ਕਰੋ। ਬਾਲਾਂ ਦੀਆਂ 5 ਕਮਾਲਾਂ ਇਹਦੀਆਂ ਰੋਜ਼ ਕਰੀ ਜਾਓ, 10 ਕਰੀ ਜਾਓ, ਜਿੰਨੀਆਂ ਜ਼ਿਆਦਾ ਕਰ, ਫਿਰ ਤੁਹਾਨੂੰ ਖੁਦ ਹੀ ਨਜ਼ਰ ਆ ਜਾਣਾ ਵੀ ਇਹ ਤਾਂ